ਕੱਚੇ ਕਾਮੇ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਕੱਚਿਆਂ ਦਾ ਵੀ ਹੱਲ ਕਰੋ, ਹੱਲ ਕਰੋ, ਹੱਲ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਆ ਤੇ ਪਿਛਲੇ 12-13 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੂਰੀ ਸ਼ਿੱਦਤ ਨਾਲ ਨਿਭਾ ਰਹੇ ਆ। ਬਾਵਜੂਦ ਇਸ ਦੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਨੂੰ ਅਣਗੌਲਿਆਂ ਕਰਕੇ ਇੱਕ ਰੈਗੂਲਰ ਕਰਨ ਦਾ ਲੋਲੀਪੌਪ ਹਰ ਵਾਰ ਜਿਹੜਾ ਸਾਡੇ ਹੱਥਾਂ ਵਿੱਚ ਥਮਾ ਦਿੱਤਾ ਜਾਂਦਾ ਹੈ। ਅਸੀਂ ਬਹੁਤ ਸਵਾਗਤ ਕਰਦੇ ਹਾਂ ਜੇ ਸਰਕਾਰ ਨੇ ਕੁਝ ਇੱਕ ਮੁਲਾਜ਼ਮਾਂ ਦੀ ਬਾਂਹ ਫੜੀ, ਪਰੰਤੂ ਉੱਥੇ ਹੀ ਵੇਖਣਯੋਗ ਗੱਲ ਇਹ ਹੈ ਕਿ ਸਿਰਫ 200 ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦੇ ਨਾਲ 13,500 ਮੁਲਾਜ਼ਮਾਂ ਦਾ ਭਲਾ ਹੋਣ ਵਾਲਾ ਨਹੀਂ। ਉਹ 8,000 ਤੋਂ 15,000 ਤੱਕ ਦੀ ਤਨਖਾਹ ਤੇ ਕੰਮ ਕਰ ਰਿਹਾ ਹੈ ਔਰ ਸਿਰਫ ਇੰਨੀਆਂ ਨਗੂਣੀਆਂ ਤਨਖਾਹਾਂ ਤੇ ਕੰਮ ਕਰਨ ਦੇ ਬਾਵਜੂਦ ਵੀ ਉਹ ਕੋਵਿਡ-19 ਦੀ ਜੰਗ ਦੇ ਵਿੱਚ ਹਰ ਇੱਕ ਮੋਰਚੇ ਤੇ ਇੱਕ ਯੋਧੇ ਵਾਂਗੂ ਲੜ ਰਿਹਾ। ਸਰਕਾਰ ਨੇ ਸਾਰ ਤਾਂ ਕੀ ਲੈਣੀ ਹੈ, ਸਰਕਾਰ ਉਲਟਾ ਸਾਨੂੰ ਲੋਲੀਪੌਪ ਦਿੱਤੀ ਜਾ ਰਹੀ ਹੈ ਵਾਰ-ਵਾਰ ਕਿ ਕੋਵਿਡ-19 ਖਤਮ ਹੋਇਆ ਉਸ ਤੋਂ ਬਾਅਦ ਤੁਹਾਡਾ ਸੋਚਾਂਗੇ, ਦੇਖਾਂਗੇ। ਜੋ ਗੱਲਾਂ ਜਾਇਜ਼ ਨੇ ਉਹ ਬਿਲਕੁਲ ਜਾਇਜ਼ ਨੇ ਜੀ। ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ, ਸੈਨੀਟਾਈਜ਼ਰ ਮਿਲ ਰਹੇ ਨੇ, ਮਾਸਕ ਮਿਲ ਰਹੇ ਨੇ। ਜੋ ਨਹੀਂ ਮਿਲ ਰਿਹਾ ਉਹ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਕੋਵਿਡ-19 ਦਾ ਕਰਫਿਊ ਕਾਰਨ ਸਾਡੇ ਮੁਲਾਜ਼ਮ ਨੂੰ 1.5 ਕਿਲੋਮੀਟਰ ਤੱਕ ਵੀ ਦੂਰ ਜਾਣਾ ਪੈਂਦਾ, ਜੋ ਕਿ ਉਹ ਆਪਣੀ ਗੱਡੀਆਂ ਤੇ, ਆਪਣੀ ਕਾਰਾਂ ਤੇ ਜਾਂ ਆਪਣੇ ਬਾਈਕਸ ਦੇ ਉੱਤੇ ਜਾ ਰਹੇ, ਜਿਨ੍ਹਾਂ ਨਾਲ ਉਹਨਾਂ ਦਾ ਖਰਚਾ ਕਈ ਗੁਣਾ ਵੱਧ ਗਿਆ ਹੈਗਾ ਪਹਿਲਾਂ ਨਾਲੋਂ। ਜਦ ਇਸ ਖਰਚੇ ਨੂੰ ਸਰਕਾਰ ਵੱਲੋਂ ਕੋਈ ਪੂਰਤੀ ਨਹੀਂ ਕੀਤੀ ਜਾ ਰਹੀ ਤਾਂ ਸਗੋਂ ਇਹੋ ਜਿਹੀਆਂ ਲੈਟਰਾਂ ਕੱਢ ਕੇ ਸਾਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ। ਆਪਣੀ ਅਗਰ ਤਨਖਾਹ ਵਧਾਉਣੀ ਹੋਵੇ ਤਾਂ ਵਿਧਾਨ ਸਭਾ 'ਚ ਹੱਥ ਖੜਾ ਕਰਕੇ ਰਾਤੋਂ ਰਾਤ ਇਹਨਾਂ ਦੀ ਤਨਖਾਹ ਵੱਧ ਜਾਂਦੀਆਂ ਹੈਗੀਆਂ ਅਤੇ ਅਸੀਂ 13 ਸਾਲਾਂ ਤੋਂ ਲਗਭਗ ਆਪਣੀ ਜਾਇਜ਼ ਮੰਗਾਂ ਰੱਖ ਰਹੇ ਹਾਂ, ਤਨਖਾਹਾਂ ਵਧਾ ਰਹੇ ਹਾਂ ਤਾਂ ਸਾਨੂੰ ਸਿਰਫ ਇੱਕ ਲਾਰੇ ਜਾਂ ਲੋਲੀਪੌਪ ਦਿੱਤਾ ਜਾਂਦਾ ਹੈਗਾ ਹੈ। ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਜਿੱਥੇ ਸਰਕਾਰਾਂ, ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਕਾਮੇ ਲੜ ਰਹੇ ਨੇ, ਉੱਥੇ ਹੀ NHM ਨੈਸ਼ਨਲ ਜਿਹੜਾ ਮਿਸ਼ਨ ਹੈਲਥ ਦੇ ਜਿਹੜੇ ਹੈਗੇ ਆ ਮੁਲਾਜ਼ਮ ਵੀ ਜਿਹੜੇ ਹੈਗੇ ਫਰੰਟ ਲਾਈਨ 'ਤੇ ਲੜ ਰਹੇ ਨੇ। ਪਰੰਤੂ ਸਰਕਾਰ ਦੇ ਖਿਲਾਫ ਇਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਜਿਹੜੇ ਹੈਗੇ ਆ ਬਣਦੇ ਇਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ। ਤੁਸੀਂ ਦੇਖ ਸਕਦੇ ਹੋ ਕਿ ਰੂਪਨਗਰ ਦੇ ਵਿੱਚ ਇਹ ਕਾਮੇ ਜਿਹੜੇ ਹੈਗੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰ ਰਹੇ ਨੇ, ਕਿਉਂਕਿ ਸਰਕਾਰ ਜਿਹੜੀ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਇਹਨਾਂ ਦਾ ਕਹਿਣਾ ਕਿ ਇਹ ਫਰੰਟ ਲਾਈਨ 'ਤੇ ਜਿਹੜੀ ਹੈਗੀ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਕੋਵਿਡ-19 ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਹੈਗੀ ਲੜਾਈ ਲੜ ਰਹੇ ਨੇ, ਪਰੰਤੂ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਹੱਕ ਨਹੀਂ ਮਿਲ ਰਹੇ। ਗੱਲ ਕਰਦੇ ਇਹਨਾਂ ਦੇ ਨਾਲ ਕਿ ਜਿਹੜੀਆਂ ਹੋਰ ਕੀ ਮੰਗਾਂ ਹੈ, ਕਦੋਂ ਤੱਕ। ਸਰ ਕੀ ਨਾਮ ਆ ਜੀ ਆਪਣਾ? ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ, ਕੀ ਪ੍ਰੋਟੈਸਟ ਹੈਗਾ, ਕੀ ਮੰਗਾਂ ਨੇ ਤੁਹਾਡੀਆਂ? ਦੇਖੋ ਜੀ, ਬੜੀਆਂ ਜਾਇਜ਼ ਮੰਗਾਂ ਨੇ। ਅਸੀਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਤਕਰੀਬਨ 13,500 ਮੁਲਾਜ਼ਮ ਪੰਜਾਬ ਭਰ ਦੇ ਵਿੱਚ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਆ ਤੇ ਪਿਛਲੇ 12-13 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੂਰੀ ਸ਼ਿੱਦਤ ਨਾਲ ਨਿਭਾ ਰਹੇ ਆ। ਬਾਵਜੂਦ ਇਸ ਦੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਨੂੰ ਅਣਗੌਲਿਆਂ ਕਰਕੇ ਇੱਕ ਰੈਗੂਲਰ ਕਰਨ ਦਾ ਲੋਲੀਪੌਪ ਹਰ ਵਾਰ ਜਿਹੜਾ ਸਾਡੇ ਹੱਥਾਂ ਵਿੱਚ ਥਮਾ ਦਿੱਤਾ ਜਾਂਦਾ ਹੈ, ਜੋ ਕਿ ਬੜਾ ਹਾਸੋਹੀਣ ਹੈ। ਤੇ ਸਾਡੇ ਸਾਰੇ ਜਿਹੜੇ ਕਰਮਚਾਰੀ ਨੇ ਉਹ ਇਸ ਟਾਈਮ ਕੋਵਿਡ-19 ਦੀ ਜੰਗ ਦੇ ਵਿੱਚ ਸਿਹਤ ਵਿਭਾਗ ਦਾ ਭਰਪੂਰ ਸਮਰਥਨ ਕਰਦੇ ਹੋਏ ਹਰ ਇੱਕ ਮੋਰਚੇ ਤੇ ਆਪਣੀ ਜੰਗ ਬਦਸਤੂਰ ਪੂਰੀ ਸ਼ਿੱਦਤ ਨਾਲ ਲੜ ਰਿਹਾ ਹੈ। ਪਿਛਲੇ ਦਿਨੀ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ, ਜਿਹਦੇ ਤਹਿਤ ਕੁਛ ਇੱਕ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ 40% ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਅਸੀਂ ਬਹੁਤ ਸਵਾਗਤ ਕਰਦੇ ਹਾਂ ਜੇ ਸਰਕਾਰ ਨੇ ਕੁਛ ਇੱਕ ਮੁਲਾਜ਼ਮਾਂ ਦੀ ਬਾਂਹ ਫੜੀ, ਪਰੰਤੂ ਉੱਥੇ ਹੀ ਵੇਖਣਯੋਗ ਗੱਲ ਇਹ ਹੈ ਕਿ ਸਿਰਫ 200 ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦੇ ਨਾਲ 13,500 ਮੁਲਾਜ਼ਮਾਂ ਦਾ ਭਲਾ ਹੋਣ ਵਾਲਾ ਨਹੀਂ, ਜਦੋਂ ਕਿ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਜੌਬ ਸਿਕਿਉਰਿਟੀ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਇੰਸ਼ੋਰੈਂਸ ਨਹੀਂ ਹੈ, ਨਾ ਉਹ ਆਯੁਸ਼ਮਾਨ ਭਾਰਤ ਤਹਿਤ ਦੇ ਕਵਰ ਹੁੰਦੇ ਨੇ, ਨਾ ਉਹਨਾਂ ਨੂੰ ਕੋਈ ESI ਦਾ ਕੋਈ ਫਾਇਦਾ ਮਿਲਦਾ ਹੈ। ਬਾਵਜੂਦ ਇਸ ਦੇ ਫਿਰ ਵੀ ਉਹ ਹਰ ਇੱਕ ਵਕਤ ਸਿਰਫ 8,000 ਤੋਂ 15,000 ਮੈਕਸਿਮਮ ਕੈਡਰ ਜਿਹੜਾ ਉਹ 8,000 ਤੋਂ 15,000 ਤੱਕ ਦੀ ਤਨਖਾਹ ਤੇ ਕੰਮ ਕਰ ਰਿਹਾ ਹੈ ਔਰ ਸਿਰਫ ਇੰਨੀਆਂ ਨਗੂਣੀਆਂ ਤਨਖਾਹਾਂ ਤੇ ਕੰਮ ਕਰਨ ਦੇ ਬਾਵਜੂਦ ਵੀ ਉਹ ਕੋਵਿਡ-19 ਦੀ ਜੰਗ ਦੇ ਵਿੱਚ ਹਰ ਇੱਕ ਮੋਰਚੇ ਤੇ ਇੱਕ ਯੋਧੇ ਵਾਂਗੂ ਲੜ ਰਿਹਾ। ਸਰਕਾਰ ਨੇ ਸਾਰ ਤਾਂ ਕੀ ਲੈਣੀ ਹੈ, ਸਰਕਾਰ ਉਲਟਾ ਸਾਨੂੰ ਲੋਲੀਪੌਪ ਦਿੱਤੀ ਜਾ ਰਹੀ ਹੈ ਵਾਰ-ਵਾਰ ਕਿ ਕੋਵਿਡ-19 ਖਤਮ ਹੋਇਆ ਉਸ ਤੋਂ ਬਾਅਦ ਤੁਹਾਡਾ ਸੋਚਾਂਗੇ, ਦੇਖਾਂਗੇ। ਜਦ ਕਿ ਨਾਲ ਦਾ ਸੂਬਾ ਹਰਿਆਣਾ, ਉੱਥੇ NHM ਦੇ EMPLOYEES ਨੂੰ ਪੇ ਸਕੇਲ ਵੀ ਦੇ ਦਿੱਤੇ ਗਏ ਨੇ ਤੇ ਇਸ ਕਰੋਨਾ ਦੀ ਜੰਗ ਦੇ ਮੱਦੇਨਜ਼ਰ ਜਿੰਨਾ ਟਾਈਮ ਇਹ ਰਹੇਗੀ, ਲੜਾਈ ਜਾਰੀ ਰਹੇਗੀ, ਉਸ ਟਾਈਮ ਤੱਕ ਦੀ ਡਬਲ ਸੈਲਰੀ ਦਾ ਵੀ ਡਿਕਲੇਅਰ ਕੀਤਾ ਗਿਆ। ਪਰੰਤੂ ਸਾਡਾ ਇਹੋ ਜਿਹਾ ਕੋਈ ਹੱਲ ਨਹੀਂ ਕੀਤਾ ਗਿਆ। ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਰਕਾਰ ਸਾਡੀ ਸਾਰ ਲਵੇ ਤੇ ਸਾਡੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰੇ, ਕਿਉਂ ਜੋ ਉਹ ਬਰਾਬਰ ਰੈਗੂਲਰ ਮੁਲਾਜ਼ਮਾਂ ਦੇ ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਜੀ।
ਤੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੁਹਾਡੇ ਜਿਹੜੇ ਹੈਗੇ ਆ ਐਨਐਚਐਮ ਦੇ ਕਿੰਨੇ ਜਿਹੜੇ ਹੈਗੇ ਮੁਲਾਜ਼ਮ ਕੁੱਲ ਆ ਤੇ ਜ਼ਿਲ੍ਹੇ ਦੇ ਵਿੱਚ ਕਿੰਨੇ ਆ? ਤਕਰੀਬਨ 13.5 ਮੁਲਾਜ਼ਮ ਜਿਹੜਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਤਕਰੀਬਨ 60 ਕੈਟਾਗਰੀਜ਼ ਦੇ ਅਧੀਨ ਕੰਮ ਕਰ ਰਿਹਾ, ਜਿਹਦੇ ਵਿੱਚ ਮੇਨ ਫਰੰਟ ਲਾਈਨ ਵਰਕਰ ਤੇ ਡਾਕਟਰ, ਏਐਨਐਮ ਸਟਾਫ, ਨਰਸਾਂ, ਸੀਐਚਓਜ਼, ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਸਭ ਕੋਈ ਹਰ ਇੱਕ ਲੈਵਲ, ਹਰ ਇੱਕ ਕੈਟਾਗਰੀ, ਮੇਰੇ ਹਿਸਾਬ ਨਾਲ ਉਨੀ ਕੈਟਾਗਰੀ ਸ਼ਾਇਦ ਸਾਡੀ ਰੈਗੂਲਰ ਕੈਡਰ ਦੀ ਨਹੀਂ ਹੋਏਗੀ ਜਿੰਨੀ ਕੈਟਾਗਰੀ ਸਾਡੀ ਕੰਟਰੈਕਚੁਅਲ ਦੀ ਐਨਐਚਐਮ ਦੇ ਅਧੀਨ ਬਣਾਈ ਜਾ ਚੁੱਕੀ ਹੈ। ਤੇ ਇਸ ਟਾਈਮ ਤਕਰੀਬਨ ਇਸ ਜ਼ਿਲ੍ਹੇ ਦੇ ਵਿੱਚ ਪੌਣੇ 300 ਦੇ ਕਰੀਬ ਜਿਹੜਾ ਸਾਡਾ ਸਟਾਫ ਹੈ ਪੂਰੀ ਸ਼ਿੱਦਤ ਨਾਲ ਕੋਵਿਡ-19 ਦੀ ਫਾਈਟ ਦੇ ਵਿੱਚ ਜੂਝ ਰਿਹਾ ਹੈ। ਪਿੱਛੇ ਕਈ ਜ਼ਿਲ੍ਹਿਆਂ ਤੋਂ ਇਹ ਵੀ ਜਿਹੜੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ ਸੀ, ਖਬਰਾਂ ਸੁਣਨ ਨੂੰ ਮਿਲੀਆਂ ਸੀ ਕਿ ਜਿਹੜੇ ਫਰੰਟ ਲਾਈਨ ਤੇ ਤੁਹਾਡੇ ਜਿਹੜੇ ਹੈਗੇ ਮੁਲਾਜ਼ਮ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ, ਉਹਨੂੰ ਜਿਹੜਾ ਹੈਗਾ ਸਾਜ਼ੋ ਸਮਾਨ ਜੋ ਹੈਗਾ ਜ਼ਰੂਰੀ ਸੇਫਟੀ ਕਿੱਟਾਂ ਜਾਂ ਮਾਸਕ ਜਾਂ ਸੈਨੀਟਾਈਜ਼ਰ ਨਹੀਂ ਮੁਹੱਈਆ ਕਰਵਾਏ ਜਾ ਰਹੇ, ਉਹਨੂੰ ਲੈ ਕੇ ਕੀ ਕਹਿਣਾ ਤੁਹਾਡਾ? ਨਹੀਂ, ਅਜਿਹੀ ਕੋਈ ਗੱਲ ਨਹੀਂ ਜੀ। ਸਾਡੇ ਧਿਆਨ ਦੇ ਵਿੱਚ, ਸਾਡੇ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਮੂੰਹ ਤੇ ਮਾਸਕ ਨੇ। ਜੋ ਸਾਡੇ ਫਰੰਟ ਲਾਈਨ ਵਰਕਰ ਵਾਰਡਾਂ ਦੇ ਵਿੱਚ ਡਿਊਟੀ ਕਰਦੇ ਨੇ, ਉਹਨਾਂ ਨੂੰ ਪ੍ਰੋਪਰ ਪੀਪੀ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਵਿਭਾਗ ਵੱਲੋਂ। ਜੋ ਗੱਲਾਂ ਜਾਇਜ਼ ਨੇ ਉਹ ਬਿਲਕੁਲ ਜਾਇਜ਼ ਨੇ ਜੀ। ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ, ਸੈਨੀਟਾਈਜ਼ਰ ਮਿਲ ਰਹੇ ਨੇ, ਮਾਸਕ ਮਿਲ ਰਹੇ ਨੇ। ਜੋ ਨਹੀਂ ਮਿਲ ਰਿਹਾ ਉਹ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਇਹ ਜਿਹੜੇ ਕਾਲੇ ਬਿੱਲੇ ਲਗਾਏ ਤੁਸੀਂ, ਇਹ ਕਿਉਂ ਲਗਾਏ ਤੇ ਕਦੋਂ ਤੱਕ ਇਹ ਕਾਲੇ ਬਿੱਲੇ ਲਗਾ ਕੇ ਤੁਸੀਂ ਜਿਹੜਾ ਹੈਗਾ ਕਦੋਂ ਤੱਕ ਲੜਾਈ ਲੜਨੀ? ਇਸ ਮਹਾਮਾਰੀ ਦੇ ਵਿੱਚ ਦੇਖੋ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਜੀ ਆਪਣਾ ਫਰਜ਼ ਭੁੱਲ ਜਾਈਏ ਤੇ ਅਸੀਂ ਪਿੱਛੇ ਪੈਰੀ ਬੈਠ ਕੇ ਆਪਣਾ ਕੰਮ ਛੱਡ ਕੇ ਬੈਠ ਜਾਈਏ। ਸਰਕਾਰ ਨੂੰ ਅਸੀਂ ਇਹ ਸਿਰਫ ਗੁਜ਼ਾਰਿਸ਼ ਕਰ ਰਹੇ ਹਾਂ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਸਰਕਾਰ ਨੂੰ ਚੇਤਾ ਰਹੇ ਹਾਂ ਕਿ ਜੇਕਰ ਸਰਕਾਰ ਸਾਡੀ ਸਾਰ ਨਹੀਂ ਲੈਂਦੀ, ਅਸੀਂ 3 ਦਿਨ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦੇ ਕੰਨੀ ਸਾਡੀ ਆਵਾਜ਼ ਪਹੁੰਚੇ, ਸਰਕਾਰ ਸਾਨੂੰ ਟੇਬਲ ਟਾਕ ਲਈ ਜਾਂ ਕਿਸੇ ਵੀ ਤਰ੍ਹਾਂ ਰਾਹਤ ਦੇਵੇ, ਫੌਰੀ ਤੌਰ ਤੇ ਰਾਹਤ ਦੇਵੇ। ਤਾਂ ਉਸ ਦੇ ਲਈ ਅਸੀਂ ਇਹ ਕਾਲੇ ਬਿੱਲੇ ਲਾ ਕੇ ਪ੍ਰਦਰਸ਼ਨ ਕਰ ਰਹੇ ਹਾਂ, ਪਰ ਕੰਮ ਹਰ ਇੱਕ ਸਾਡਾ ਵਰਕਰ ਬਦਸਤੂਰ ਉਵੇਂ ਜਾਰੀ ਕਰ ਰਿਹਾ ਜੀ। ਤੇ 3 ਦਿਨ ਤੋਂ ਬਾਅਦ ਅਗਰ ਨਹੀਂ ਤੁਹਾਡੀ ਗੱਲਬਾਤ ਸੁਣੀ ਜਾਂਦੀ, ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਾਂ 3 ਦਿਨ ਤੋਂ ਬਾਅਦ ਕੀ ਫੈਸਲਾ ਹੈ? ਬਿਲਕੁਲ ਜੀ, ਸਾਡੀ ਸਟੇਟ ਕਮੇਟੀ ਦੀ ਮੀਟਿੰਗ ਹੋਏਗੀ। ਮੀਟਿੰਗ ਦੇ ਵਿੱਚ ਜੋ ਵੀ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਜਾਵੇਗਾ। ਰੋਪੜ ਜ਼ਿਲ੍ਹਾ ਬਦਸਤੂਰ ਉਹਦੇ ਤੇ ਫੁੱਲ ਚੜਾਉਣ ਨੂੰ ਜਾਰੀ ਹੈ ਜੀ। ਬਿਲਕੁਲ ਫਰੰਟ ਲਾਈਨ ਤੇ ਜਿਹੜੇ ਆ ਮੁਲਾਜ਼ਮ ਜਿਹੜੇ ਹੈਗੇ ਲੜ ਰਹੇ ਨੇ ਕੋਵਿਡ-19 ਦੇ ਵਿੱਚ, ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਕਿ ਸਰਕਾਰ ਜਿਹੜੀ ਹੈਗੀ ਇਹਨਾਂ ਨੂੰ ਬਣਦੇ ਹੱਕ ਨਹੀਂ ਦੇ ਰਹੀ। ਕਾਫੀ ਸਮੇਂ ਤੋਂ ਚੱਲਦੀਆਂ, ਜਿਵੇਂ ਕਿ ਨਾਲ ਦੇ ਸੂਬੇ ਦੀ ਗੱਲ ਕੀਤੀ ਹੈ ਕਿ ਡਬਲ ਤਨਖਾਹਾਂ ਵੀ ਦਿੱਤੀਆਂ ਜਾ ਰਹੀਆਂ, ਪਰੰਤੂ ਇਹਨਾਂ ਨੂੰ ਜਿਹੜੀਆਂ ਹੈਗੀਆਂ ਤਨਖਾਹਾਂ ਵੀ ਘੱਟ ਦਿੱਤੀਆਂ ਜਾ ਰਹੀਆਂ ਤੇ ਜਿਹੜਾ ਹੈਗਾ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਇਹ ਜਿਹੜਾ ਹੈਗਾ ਕੋਵਿਡ-19 ਦੇ ਵਿੱਚ ਡਿਊਟੀ ਕਰਨ ਲਈ ਮਜਬੂਰ ਹੈ। ਗੱਲ ਕਰਦੇ ਸਰ, ਕੀ ਨਾਮ ਆ ਆਪਣਾ ਤੇ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਨੂੰ ਲੈ ਕੇ? ਮੇਰਾ ਨਾਮ ਮਨਜਿੰਦਰ ਸਿੰਘ ਹੈ। ਮੈਂ ਇੱਥੇ ਐਨਐਚਐਮ ਅਧੀਨ ਜ਼ਿਲ੍ਹਾ ਅਕਾਊਂਟ ਅਫਸਰ ਦੇ ਬਤੌਰ ਕੰਮ ਕਰ ਰਿਹਾ ਹੈਗਾ ਪਿਛਲੇ 13 ਸਾਲਾਂ ਤੋਂ। ਤੇ ਪਿਛਲੇ 13 ਸਾਲਾਂ ਤੋਂ ਹੀ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਰੱਖ ਰਹੇ ਹਾਂ। ਜਿਹੜੀ ਸਾਡੀ ਤਨਖਾਹ ਹੈਗੀ ਹੈ ਇੱਕ ਰੈਗੂਲਰ ਮੁਲਾਜ਼ਮ ਨਾਲੋਂ ਕਈ ਗੁਣਾ ਘੱਟ ਹੈ, ਜਦ ਕਿ ਅਸੀਂ ਉਹਨਾਂ ਦੇ ਬਰਾਬਰ ਹੀ ਕੰਮ ਕਰਦੇ ਹਾਂ। ਤੇ ਅਸੀਂ ਲਗਾਤਾਰ 13 ਸਾਲਾਂ ਤੋਂ ਹੈਜ਼ੀਟੇਸ਼ਨ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਤੇ ਤੱਕ ਜੂੰ ਨਹੀਂ ਸਰਕੀ। ਸਾਡਾ ਮੁੱਦਾ ਇਹ ਸੀਗਾ ਵੀ ਸਾਨੂੰ ਰੈਗੂਲਰ ਸਕੇਲ ਦਿੱਤੇ ਜਾਣ ਜਾਂ ਸਾਨੂੰ ਰੈਗੂਲਰ ਕੀਤਾ ਜਾਵੇ, ਬਟ ਕਈ ਸਾਲਾਂ ਤੋਂ ਸਰਕਾਰ ਵੱਲੋਂ ਇਹ ਲਗਾਤਾਰ ਇਹ ਅਣਗੌਲਿਆ ਕੀਤਾ ਜਾ ਰਿਹਾ। ਤੇ ਪਿਛਲੇ ਦਿਨੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਵੀ ਐਨਐਚਐਮ ਅਧੀਨ 60 ਕੈਟਾਗਰੀਆਂ ਲਗਭਗ ਕੰਮ ਕਰ ਰਹੀਆਂ ਹੈਗੀਆਂ। 4-5 ਕੈਟਾਗਰੀਆਂ ਦੀ ਤਨਖਾਹ ਵਧਾ ਦਿੱਤੀ ਗਈ, ਜਿਨ੍ਹਾਂ ਦੀ ਗਿਣਤੀ ਤਕਰੀਬਨ 200 ਕੋ ਬਣਦੀ ਹੈ, ਜਦ ਕਿ 13,500 ਬੰਦਾ ਪੰਜਾਬ ਅਧੀਨ ਕੰਮ ਕਰ ਰਿਹਾ ਹੈਗਾ। ਇਸ ਕਰਕੇ ਸਾਨੂੰ ਇਹਦੇ ਨਾਲ ਸਰਕਾਰ ਦੇ ਫੈਸਲੇ ਦਾ ਸਵਾਗਤ ਤਾਂ ਕਰਦੇ ਹਾਂ, ਬਟ ਨਾਲ ਦੇ ਨਾਲ ਇਹ ਸਾਨੂੰ ਕਿਤੇ ਨਾ ਕਿਤੇ ਮਾਨਸਿਕ ਪਰੇਸ਼ਾਨੀ ਵੀ ਦੇ ਰਿਹਾ ਹੈਗਾ, ਮਾਨਸਿਕ ਠੇਸ ਵੀ ਪਹੁੰਚਾ ਰਿਹਾ ਹੈਗਾ। ਕੋਵਿਡ-19 ਲੱਗਣ ਦੇ ਆਉਣ ਤੋਂ ਬਾਅਦ ਕਰਫਿਊ ਲੱਗ ਗਿਆ ਹੈਗਾ। ਸਾਡੇ ਜਿਹੜੇ ਮੁਲਾਜ਼ਮ ਹੈਗੇ ਆ 8,000 ਤੋਂ ਲੈ ਕੇ 30-35,000 ਤੱਕ ਤਨਖਾਹ ਉਹਨਾਂ ਨੂੰ ਮਿਲਦੀਆਂ ਹੈਗੀਆਂ, ਜਿਹੜੇ ਅੱਪਰ ਕੈਟਾਗਰੀ ਦੀ ਹੈਗੇ। ਆਲਮੋਸਟ ਜ਼ਿਆਦਾ ਐਵਰੇਜ ਹੈਗੀ ਹੈ 15,000 ਤੱਕ ਤਨਖਾਹ ਲੈ ਰਿਹਾ 13,500 ਚੋਂ। ਕੋਵਿਡ-19 ਦੇ ਕਰਫਿਊ ਕਾਰਨ ਸਾਡੇ ਮੁਲਾਜ਼ਮ ਨੂੰ 1.5 ਕਿਲੋਮੀਟਰ ਤੱਕ ਵੀ ਦੂਰ ਜਾਣਾ ਪੈਂਦਾ, ਜੋ ਕਿ ਉਹ ਆਪਣੀ ਗੱਡੀਆਂ ਤੇ, ਆਪਣੀ ਕਾਰਾਂ ਤੇ ਜਾਂ ਆਪਣੇ ਬਾਈਕਸ ਦੇ ਉੱਤੇ ਜਾ ਰਹੇ, ਜਿਨ੍ਹਾਂ ਨਾਲ ਉਹਨਾਂ ਦਾ ਖਰਚਾ ਕਈ ਗੁਣਾ ਵੱਧ ਗਿਆ ਹੈਗਾ ਪਹਿਲਾਂ ਨਾਲੋਂ। ਜਦ ਇਸ ਖਰਚੇ ਨੂੰ ਸਰਕਾਰ ਵੱਲੋਂ ਕੋਈ ਪੂਰਤੀ ਨਹੀਂ ਕੀਤੀ ਜਾ ਰਹੀ, ਤਾਂ ਸਗੋਂ ਇਹੋ ਜਿਹੀਆਂ ਲੈਟਰਾਂ ਕੱਢ ਕੇ ਸਾਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ। ਅਸੀਂ ਕਹਿਣਾ ਚਾਹਾਂਗੇ ਸਰਕਾਰ ਦਾ ਫੈਸਲਾ ਬੜਾ ਸਵਾਗਤਯੋਗ ਹੈ, ਬਟ ਇਹ ਕੁਝ 4-5 ਕੈਟਾਗਰੀਆਂ ਤੇ ਲਾਗੂ ਨਾ ਕਰਕੇ 60 ਕੈਟਾਗਰੀਆਂ ਤੇ ਲਾਗੂ ਕੀਤਾ ਜਾਵੇ। ਅੱਛਾ, ਪਿੱਛੇ ਆਰਟੀਆਈ ਦੇ ਵਿੱਚ ਵੀ ਅੰਕੜੇ ਆਏ, ਕਈ ਖਬਰਾਂ ਵੀ ਆ ਰਹੀਆਂ ਕਿ ਜਿਹੜੇ ਲੀਡਰ ਆ ਉਹਦੇ ਜਿਹੜੇ ਐਮਐਲਏ ਰਿਟਾਇਰ ਹੋ ਚੁੱਕੇ ਆ, ਉਹ 5 ਪੈਨਸ਼ਨਾਂ ਲੈ ਰਹੇ ਆ, 6 ਪੈਨਸ਼ਨਾਂ ਲੈ ਰਹੇ ਆ, ਲੀਡਰ ਐਮਪੀ ਲੈ ਰਹੇ ਆ 6 ਪੈਨਸ਼ਨਾਂ, ਤੇ ਉਹਦੇ ਬਾਵਜੂਦ ਜਿਹੜੇ ਹੈਗੇ ਆ ਮੁਲਾਜ਼ਮ ਕੰਮ ਕਰ ਰਹੇ ਆ ਕੋਵਿਡ-19 ਦੇ, ਉਹਨਾਂ ਦੀਆਂ 8-8, 10-10 ਹਜ਼ਾਰ ਪੈਨਸ਼ਨਾਂ। ਕਿਸ ਤਰ੍ਹਾਂ ਦੇਖਦੇ ਇਸ ਨੂੰ ਲੈ ਕੇ? ਸਰ, ਇਹ ਬੜਾ ਅਫਸੋਸਜਨਕ ਮੈਂ ਕਹਾਂਗਾ ਵੀ ਫੈਸਲਾ ਹੈ ਸਰਕਾਰ ਦਾ। ਅਸੀਂ ਪੈਨਸ਼ਨਾਂ ਦੀ ਅਸੀਂ ਗੱਲ ਕੀਤੀ ਹੈ ਤਾਂ ਲਗਭਗ 5-5, 6-6 ਲੱਖ ਪੈਨਸ਼ਨਾਂ ਵੀ ਕਈ ਸੀਨੀਅਰ ਲੀਡਰ ਦੀ ਬਣ ਜਾਂਦੀ ਹੈਗੀ ਹੈ, ਜਿਹੜੇ ਹਰੇਕ ਵਿਧਾਨ ਸਭਾ ਦੇ ਹਲਕੇ 'ਚ ਵੀ ਜਿੱਤਦੇ ਹੈਗੇ, ਬਾਰ-ਬਾਰ ਜਿੱਤ ਰਹੇ ਆ। 5-5, 6-6 ਲੱਖ ਰੁਪਈਆ ਪੈਨਸ਼ਨ ਲੈ ਕੇ ਤੇ ਆਪਣੀ ਅਗਰ ਤਨਖਾਹ ਵਧਾਉਣੀ ਹੋਵੇ ਤਾਂ ਵਿਧਾਨ ਸਭਾ 'ਚ ਹੱਥ ਖੜਾ ਕਰਕੇ
ਰਾਤੋਂ ਰਾਤ ਇਹਨਾਂ ਦੀ ਤਨਖਾਹ ਵੱਧ ਜਾਂਦੀਆਂ ਹੈਗੀਆਂ ਅਤੇ ਅਸੀਂ 13 ਸਾਲਾਂ ਤੋਂ ਲਗਭਗ ਆਪਣੀ ਜਾਇਜ਼ ਮੰਗਾਂ ਰੱਖ ਰਹੇ ਹਾਂ, ਤਨਖਾਹਾਂ ਵਧਾ ਰਹੇ ਹਾਂ ਤਾਂ ਸਾਨੂੰ ਸਿਰਫ ਇੱਕ ਲਾਰੇ ਜਾਂ ਲੋਲੀਪੌਪ ਦਿੱਤਾ ਜਾਂਦਾ ਹੈਗਾ ਹੈ। ਤੇ ਮੈਂ ਕਹਿਣਾ ਚਾਹਾਂਗਾ ਕਿ ਕੋਵਿਡ-19 ਦੇ ਵਿੱਚ ਅਗਰ ਸਰਕਾਰ ਇਹ ਕਹਿ ਰਹੀ ਹੈ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਘਟਾਓ ਤਾਂ ਸਰਕਾਰ ਨੂੰ ਆਪ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜਿਹੜੀਆਂ ਪੁਰਾਣੀਆਂ ਪੈਨਸ਼ਨਾਂ ਖਤਮ ਕਰਨੀਆਂ ਚਾਹੀਦੀਆਂ ਹੈਗੀਆਂ, ਜਿਵੇਂ ਕਿ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨਾਂ ਖਤਮ ਹੋ ਗਈਆਂ ਹੈ ਤਾਂ ਇਹਨਾਂ ਦੀ ਵੀ ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਤੇ ਇਹਨਾਂ ਦੇ ਜਿਹੜਾ ਹੋਰ ਤਨਖਾਹਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਭੱਤੇ ਮਿਲਦੇ ਆ ਉਹ ਬੰਦ ਹੋ ਕੇ ਕਟੌਤੀ ਇੱਥੋਂ ਸ਼ੁਰੂ ਕਰਨੀ ਚਾਹੀਦੀ ਹੈ। ਇੱਕ ਗੱਲ ਹੋਰ, ਜਿਵੇਂ ਕੋਵਿਡ-19 ਦੇ ਵਿੱਚ ਤੁਸੀਂ ਡਿਊਟੀ ਕਰ ਰਹੇ ਹੋ, ਜਿਹੜਾ ਹੈਗਾ ਮਹਾਮਾਰੀ ਦੇ ਵਿੱਚ ਕਈ ਜ਼ਿਲ੍ਹਿਆਂ ਤੋਂ ਕਈ ਸਟੇਟਾਂ ਤੋਂ ਜਿਹੜੀਆਂ ਹੈਗੀਆਂ ਵੀਡੀਓ ਦੇਖਣ ਨੂੰ ਮਿਲੀਆਂ ਕਿ ਅਜਿਹੇ ਮੁਲਾਜ਼ਮਾਂ ਡਾਕਟਰਾਂ ਨੂੰ ਲੋਕ ਜਿਹੜੇ ਹੈਗੇ ਆ ਸ਼ੱਕ ਦੀ ਨਿਗਾਹ ਨਾਲ ਦੇਖਦੇ ਕਿ ਇਹ ਸਾਡੇ ਮੁਹੱਲੇ 'ਚ ਕਿਉਂ ਆਇਆ। ਕਈ ਇੱਥੋਂ ਤੱਕ ਕਿ ਕਿਰਾਏ ਦੇ ਉੱਤੇ ਮਕਾਨ ਦੇਣ ਤੋਂ ਵੀ ਮਨਾ ਕਰ ਦਿੱਤਾ ਕਈ ਡਾਕਟਰਾਂ ਨੂੰ। ਤੇ ਤੁਸੀਂ ਆਪਣੀ ਜਿਹੜੀ ਜਾਨ ਜੋਖਿਮ ਦੇ ਵਿੱਚ ਪਾ ਕੇ ਡਿਊਟੀ ਕਰ ਰਹੇ ਹੋ, ਜਦੋਂ ਘਰ ਦੇ ਵਿੱਚ ਜਾਂਦੇ ਹੋ, ਮੁਹੱਲੇ ਦੇ ਵਿੱਚ ਜਾਂਦੇ ਹੋ, ਤੁਹਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ? ਦੇਖੋ, ਸਮਾਜ ਸਾਨੂੰ ਵੀ ਇੱਕ ਸ਼ੱਕ ਦੇ ਦਾਇਰੇ ਨਾਲ ਦੇਖਦਾ ਹੈਗਾ ਹੈ। ਜਦ ਕਿ ਅਸੀਂ ਘਰ ਜਾਂਦੇ ਹਾਂ, ਦੂਰ ਦੂਰ ਨੌਕਰੀ ਕਰਕੇ 150-150 ਕਿਲੋਮੀਟਰ ਵੀ ਕਈ ਸਾਡੇ ਮੁਲਾਜ਼ਮ ਦੂਰ ਜਾ ਕੇ ਜਾਂਦੇ ਹੈ ਤਾਂ ਸਾਨੂੰ ਘਰ ਦੇ ਵੀ ਪਹਿਲਾਂ ਕਹਿੰਦੇ ਹੈਗੇ ਵੀ ਆਪਣਾ ਸਾਫ਼ ਸਫਾਈ ਘਰ ਬਾਅਦ 'ਚ ਵੜਿਓ, ਪਹਿਲਾਂ ਆਪਣੇ ਕੱਪੜੇ ਕੁੱਪੜੇ ਧੋਵੋ, ਨਹਾਵੋ ਧੋਵੋ, ਫਿਰ ਦੇਖੋ। ਤੇ ਆਲ ਦਾ ਸਮਾਜ ਵੀ ਸਾਨੂੰ ਇੱਕ ਤੁਸੀਂ ਕਹਿ ਲਓ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈਗਾ ਵੀ ਹਾਂ ਵੀ ਹਸਪਤਾਲ ਕੰਮ ਕਰ ਰਹੇ ਹੈਗੇ ਵੀ ਸ਼ਾਇਦ ਇਹ ਪ੍ਰਭਾਵਿਤ ਹੋ ਕੇ ਸਾਨੂੰ ਆਲਾ ਦੁਆਲਾ ਸਾਡਾ ਆਓ ਨਾ ਪ੍ਰਭਾਵਿਤ ਕਰ ਦੇਣ। ਤਾਂ ਸਰਕਾਰ ਵੱਲੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਬਾਰੇ ਸੋਚਿਆ ਜਾਵੇ, ਜਿਹੜੇ ਬੰਦੇ ਦੂਰ ਨੌਕਰੀ ਕਰ ਰਹੇ ਆ ਉਹਨਾਂ ਦਾ ਵੀ ਹੱਲ ਕੱਢਿਆ ਜਾਵੇ, ਕਿਉਂਕਿ ਉਹ ਰੋਜ਼ ਇੰਨਾ ਬੋਝ, ਆਰਥਿਕ ਬੋਝ ਜਿਹੜਾ ਪੈਸਿਆਂ ਦਾ ਵੱਧ ਗਿਆ ਹੈਗਾ ਉਹ ਵੀ ਸਹਿਣ ਨਹੀਂ ਕਰ ਸਕਦੇ। ਨਹੀਂ, ਸਰਕਾਰ ਨੇ ਅਜਿਹੇ ਮੁਲਾਜ਼ਮਾਂ ਦੇ ਵਾਸਤੇ ਕੋਈ ਅਲੱਗ ਜਿਹੜਾ ਹੈਗਾ ਰਹਿਣ ਵਾਸਤੇ ਕੋਈ ਇੰਤਜ਼ਾਮ ਨਹੀਂ ਕੀਤਾ ਲੋਕਲ ਪੱਧਰ ਤੇ, ਤਾਂ ਕਿ ਜਿਹੜਾ ਹੈਗਾ ਇੰਨੀ ਦੂਰ ਆਣਾ ਜਾਣਾ? ਦੇਖੋ, ਸਾਨੂੰ ਜਿਹੜੇ ਰੈਗੂਲਰ ਮੁਲਾਜ਼ਮਾਂ ਵਾਂਗ ਸਾਨੂੰ ਜਿਹੜਾ HRA ਨਹੀਂ ਮਿਲਦਾ, ਤਾਂ ਸਾਨੂੰ ਸਰਕਾਰ ਕੋਲ ਵੀ ਇੰਨੀ ਵਿਵਸਥਾ ਨਹੀਂ ਹੈ ਵੀ ਹਾਊਸ ਰੈਂਟ ਸਾਰਿਆਂ ਨੂੰ ਦੇਵੇ ਜਾਂ ਇੱਥੇ ਰਹਿਣ ਵਾਸਤੇ ਕੋਈ ਜਗ੍ਹਾ ਮੁਹੱਈਆ ਕਰਵਾਵੇ। ਸਾਨੂੰ ਤਾਂ ਆਪਣੇ ਘਰ ਜਾਣਾ ਹੀ ਪੈਂਦਾ, ਸਾਨੂੰ ਪਰਿਵਾਰ ਹੈਗੇ, ਕਈਆਂ ਦੇ ਬੱਚੇ ਛੋਟੇ ਛੋਟੇ ਆ, ਪਰਿਵਾਰ 'ਚ ਤਾਂ ਵਾਪਸ ਜਾਣਾ ਹੀ ਪੈਂਦਾ ਹੈਗਾ। ਇਸ ਕਰਕੇ ਸਾਨੂੰ HRA ਵੀ ਨਹੀਂ ਮਿਲਦਾ ਤੇ ਸਰਕਾਰ ਵੱਲੋਂ ਹੋਰ ਵੀ ਕੋਈ ਆਰਥਿਕ ਮਦਦ ਨਹੀਂ ਕੀਤੀ ਗਈ। ਇਸ ਕਰਕੇ ਸਾਡਾ ਤਾਂ ਖਰਚਾ ਕਈ ਗੁਣਾ ਹੋਰ ਵੱਧ ਗਿਆ ਹੈਗਾ ਕੋਵਿਡ-19 ਕਾਰਨ। ਬਿਲਕੁਲ। ਕੀ ਨਾਮ ਆ ਜੀ ਆਪਣਾ? ਵੀਰਪਾਲ ਸਰ। ਕੀ ਕਹਿਣਾ ਚਾਹੁੰਦੇ ਇਸ ਮੌਕੇ ਤੁਸੀਂ ਜਿਹੜਾ ਹੈਗਾ ਜਿਸ ਪ੍ਰੋਟੈਸਟ ਕਰਨਾ ਪੈ ਰਿਹਾ, ਜਿੱਥੇ ਲੋਕਾਂ ਦੀ ਅੱਜ ਸੇਵਾ ਕੀਤੀ ਜਾ ਰਹੀ ਆ ਕੋਵਿਡ-19 ਨੂੰ ਲੈ ਕੇ ਜਿਹੜਾ ਹੈਗਾ ਮਰੀਜ਼ਾਂ ਦੀ, ਤੇ ਤੁਸੀਂ ਅੱਜ ਪ੍ਰੋਟੈਸਟ ਕਰਨਾ ਪੈ ਰਿਹਾ ਤੁਹਾਨੂੰ ਆਪਣੇ ਹੱਕਾਂ ਨੂੰ ਲੈ ਕੇ, ਕੀ ਕਹਿਣਾ ਚਾਹੁੰਦੇ ਹੋ? ਸਰ, ਅਸੀਂ ਬਹੁਤ ਤਨਦੇਹੀ ਨਾਲ ਡਿਊਟੀ ਕਰ ਰਹੇ ਹਾਂ, ਠੀਕ ਹੈ। ਸਾਨੂੰ ਆਪਣਾ ਹੱਕ ਮਿਲਣਾ ਚਾਹੀਦਾ। ਜੇ ਰੈਗੂਲਰ ਦੇ ਬਰਾਬਰ ਕੰਮ ਕਰਵਾ ਰਹੇ ਆ ਤਾਂ ਸਾਨੂੰ ਰੈਗੂਲਰ ਸੈਲਰੀ ਵੀ ਮਿਲਣੀ ਚਾਹੀਦੀ ਹੈ, ਠੀਕ ਹੈ ਜੀ। ਤੇ ਅਸੀਂ ਇੱਧਰੋਂ ਘਰ ਤੋਂ ਵੀ ਬਹੁਤ ਦੂਰ ਰਹਿੰਦੇ ਹਾਂ ਔਰ ਰੈਂਟ 'ਤੇ ਹੀ ਰਹਿ ਰਹੇ ਹਾਂ। ਬਿਲਕੁਲ, ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਮੁਲਾਜ਼ਮਾਂ ਨੂੰ। ਜਿਹੜੇ ਮਹਿਲਾ ਤੇ ਲੜਕੀਆਂ ਬਹੁਤ ਮੁਲਾਜ਼ਮ ਨੇ, ਇਹਨਾਂ ਦੇ ਵਿੱਚ ਗੱਲ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਸਰ, ਚਰਨਜੀਤ ਕੌਰ। ਤੇ ਤੁਸੀਂ ਫੈਮਿਲੀ, ਤੁਹਾਡੇ ਕਿੰਨੇ ਬੱਚੇ ਆ ਜੀ? ਸਰ, ਮੇਰਾ ਇੱਕ ਬੇਟਾ ਹੈ। ਤੇ ਤੁਸੀਂ ਜਦੋਂ ਡਿਊਟੀ ਕਰਕੇ ਜਾਂਦੇ ਹੋ, ਫੈਮਿਲੀ ਕਿਸ ਤਰ੍ਹਾਂ ਦੇਖਦੀ ਹੈ ਤੁਹਾਨੂੰ? ਕਿਉਂਕਿ ਕਾਫੀ ਕਈ ਜਗ੍ਹਾ ਤੋਂ ਕੇਸ ਆਏ ਆ ਕਿ ਜਿਹੜੇ ਹੈਗੇ ਆ ਡਿਊਟੀ 'ਚ ਲੱਗੇ ਮੁਲਾਜ਼ਮ ਵੀ ਜਿਹੜੇ ਪੋਜ਼ਿਟਿਵ ਪਾਏ ਗਏ। ਅਜਿਹੇ 'ਚ ਕਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਰਹੇ ਹੋ ਜਾਂ ਕਿਸ ਤਰ੍ਹਾਂ ਤੁਹਾਨੂੰ ਦੇਖਦੇ ਆ ਇੰਨੀ ਮੁਸ਼ਕਿਲ ਦੇ ਵਿੱਚ? ਸਰ, ਉਹ ਤਾਂ ਹੈਗਾ ਹੀ ਹੈ ਕਿ ਜਿਵੇਂ ਹੁਣ ਕੋਵਿਡ-19 ਚੱਲ ਰਿਹਾ ਤੇ ਅਸੀਂ ਵੀ ਜਦੋਂ ਜਾਂਦੇ ਹਾਂ ਤੇ ਸਾਰੇ ਸਾਨੂੰ ਦੇਖਦੇ ਆ ਕਿ ਹਸਪੀਟਲ ਵਿੱਚੋਂ ਆਏ ਹੈ ਤੇ ਹਸਪੀਟਲ ਵਿੱਚ ਜਿਹੜਾ ਬੰਦਾ ਆ ਰਿਹਾ ਤਾਂ ਨੈਚੁਰਲ ਹੈ ਕਿ ਉਹ ਪ੍ਰਭਾਵਿਤ ਹੀ ਹੈਗਾ ਤੇ ਇਸ ਕਰਕੇ ਮਤਲਬ ਸਾਨੂੰ ਇਸ ਚੀਜ਼ ਦਾ ਵੀ ਸਾਹਮਣਾ ਕਰਨਾ ਹੀ ਪੈ ਰਿਹਾ ਹੈ। ਬਿਲਕੁਲ, ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਤੋਂ ਜਿਹੜੀ ਹੈਗੀ ਇਹਨਾਂ ਦਾ ਕਹਿਣਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਕੀ ਕਹਿਣਾ ਤੁਹਾਡਾ ਜੀ ਇਹਦੇ ਨੂੰ ਲੈ ਕੇ, ਮਾਮਲੇ ਨੂੰ? ਸਰ, ਮੇਰਾ ਵੀ ਇਹ ਕਹਿਣਾ ਹੈ ਕਿ ਸਾਨੂੰ ਰੈਗੂਲਰ ਜਿੰਨੀ ਸੈਲਰੀ ਦਿੱਤੀ ਜਾਵੇ, ਜਦੋਂ ਅਸੀਂ ਕੰਮ ਉਨਾ ਕਰ ਰਹੇ ਹਾਂ ਤਾਂ ਸਾਨੂੰ ਸੈਲਰੀ ਵੀ ਤਾਂ ਉਨੀ ਮਿਲਣੀ ਚਾਹੀਦੀ ਹੈ ਨਾ। ਇਹ ਪੱਖਪਾਤ ਕਿਉਂ ਕੀਤਾ ਜਾ ਰਿਹਾ ਸਰਕਾਰ ਵੱਲੋਂ? ਤੁਸੀਂ ਕਿਹਾ ਤੁਹਾਡੀ ਪੜ੍ਹਾਈ ਘੱਟ ਹੈਗੀ ਹੈ, ਤੁਹਾਡੀ ਐਜੂਕੇਸ਼ਨ ਘੱਟ ਆ, ਤੁਸੀਂ ਕੰਮ ਘੱਟ ਕਰਦੇ ਹੋ ਬਾਕੀਆਂ ਨਾਲੋਂ। ਸਰ, ਕੰਮ ਤਾਂ ਸਭ ਤੋਂ ਉਹਨਾਂ ਨਾਲੋਂ ਜ਼ਿਆਦਾ ਹੀ ਲਿੱਤਾ ਜਾਂਦਾ ਤੇ ਪੜ੍ਹੇ ਵੀ ਅਸੀਂ ਉਹਨਾਂ ਜਿੰਨੇ ਹੀ ਆ। ਅਗਰ ਅਸੀਂ ਕੁਝ ਕੀਤਾ ਹੈ, ਸਾਡੇ ਪੇਪਰ ਹੋਏ ਆ, ਸਾਡੀਆਂ ਇੰਟਰਵਿਊਜ਼ ਹੋਈਆਂ, ਅਸੀਂ ਤਾਂ ਹੀ ਇੱਥੇ ਲੱਗੇ ਹਾਂ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਬਿਲਕੁਲ ਇਹਨਾਂ ਨੇ ਪੜ੍ਹਾਈ ਵੀ ਵੱਧ ਕੀਤੀ ਹੈ ਤੇ ਜਿਹੜਾ ਕੰਮ ਵੀ ਜ਼ਿਆਦਾ ਕਰ ਰਹੇ ਨੇ, ਪਰੰਤੂ ਉਸ ਦੇ ਬਾਵਜੂਦ ਇਹਨਾਂ ਨੂੰ ਜਿਹੜੀਆਂ ਹੈਗੀਆਂ ਤਨਖਾਹਾਂ ਨਹੀਂ ਪੂਰੀਆਂ ਦਿੱਤੀਆਂ ਜਾ ਰਹੀਆਂ ਤੇ ਇਹਨਾਂ ਨੂੰ ਹੋਰ ਵੀ ਜਿਹੜੇ ਭੱਤੇ ਆ ਜਿਹੜੇ ਉਹ ਨਹੀਂ ਮਿਲ ਰਹੇ, ਜਿਸ ਕਰਕੇ ਅੱਜ ਇਹਨਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਾਲੇ ਬਿੱਲੇ ਲਗਾ ਕੇ। ਜਿੱਥੇ ਜਿਹੜੀ ਹੈਗੀ ਆ ਸਭ ਤੋਂ ਫਰੰਟ ਲਾਈਨ ਤੇ ਜਿਹੜੀ ਹੈਗੀ ਇਹ ਮੁਲਾਜ਼ਮ ਆਪਣੀ ਜਾਨ ਜਿਹੜੀ ਹੈਗੀ ਖਤਰੇ ਦੇ ਵਿੱਚ ਪਾ ਕੇ, ਜੋਖਿਮ ਦੇ ਵਿੱਚ ਪਾ ਕੇ ਕੋਵਿਡ-19 ਦੇ ਨਾਲ ਜੰਗ ਲੜ ਰਹੇ ਨੇ, ਪਰੰਤੂ ਸਰਕਾਰ ਦੇ ਖਿਲਾਫ ਇਹਨਾਂ ਦਾ ਰੋਸ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਇਸ ਕਰਕੇ ਇਹਨਾਂ ਨੇ ਫੈਸਲਾ ਕੀਤਾ ਕਿ 3 ਦਿਨ ਤੱਕ ਇਸੇ ਤਰ੍ਹਾਂ ਜਿਹੜੇ ਹੈਗੇ ਕਾਲੇ ਬਿੱਲੇ ਲਗਾ ਕੇ ਆਪਣੀਆਂ ਡਿਊਟੀਆਂ ਕਰਨਗੇ। ਵੱਡੀ ਇਹਨਾਂ ਦੀ ਇਹ ਗੱਲ ਹੈਗੀ ਹੈ ਸ਼ਲਾਘਾਯੋਗ ਕਿ ਇਹ ਕੰਮ ਨਹੀਂ ਬੰਦ ਕਰ ਰਹੇ, ਸਮਾਜ ਸੇਵਾ ਨੂੰ ਦੇਖਦੇ ਹੋਏ ਕਿ ਲੋਕਾਂ ਦਾ ਕਿਤੇ ਜਿਹੜਾ ਹੈਗਾ ਇਲਾਜ ਦੇ ਵਿੱਚ ਕਿਤੇ ਕੋਈ ਕਮੀ ਨਾ ਰਹਿ ਜੇ। ਆਪਣੀ ਡਿਊਟੀ ਜ਼ਰੂਰ ਕਰ ਰਹੇ ਨੇ ਪਰੰਤੂ ਰੋਸ ਵੀ ਪ੍ਰਗਟ ਕਰ ਰਹੇ ਨੇ ਕਾਲੇ ਬਿੱਲੇ ਲਗਾ ਕੇ। ਇਸ ਕੋਵਿਡ-19 ਦੇ ਵਿੱਚ ਇਹਨਾਂ ਨੇ ਕੰਮ ਨਹੀਂ ਬੰਦ ਕੀਤਾ।
ਪਰੰਤੂ 3 ਦਿਨ ਤੋਂ ਬਾਅਦ ਇਹਨਾਂ ਦੀ ਯੂਨੀਅਨ ਜਿਹੜੀ ਹੈਗੀ ਫੈਸਲਾ ਲਵੇਗੀ ਕਿ ਇਸ ਦੇ ਉੱਤੇ ਜਿਹੜਾ ਹੈਗਾ ਕੀ ਕੀਤਾ ਜਾਵੇਗਾ ਅਗਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ। ਸੋ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਨੇ ਅਪੀਲ ਕੀਤੀ ਹੈ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਇਹਨਾਂ ਨੂੰ ਬਰਾਬਰ ਹੱਕ ਦਿੱਤੇ ਜਾਣ। ਇਹ ਵੀ ਜਿਹੜੀ ਹੈਗੀ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਕੇ ਕੋਵਿਡ-19 ਦੀ ਜਿਹੜੀ ਹੈਗੀ ਫਰੰਟ ਲਾਈਨ ਤੇ ਲੜਾਈ ਲੜ ਰਹੇ ਨੇ। ਰੂਪਨਗਰ ਤੋਂ ਕੈਮਰਾਮੈਨ ਅੰਮ੍ਰਿਤਪਾਲ ਸਿੰਘ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।